ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਅੱਜ ਫੇਰ ਆਪਾਂ ਉਸੇ ਸੀਰੀਜ਼ ਨੂੰ ਜਿਹੜੀ ਨੌਜਵਾਨ ਪੀੜ੍ਹੀ ਲਈ ਆਪਾਂ ਸ਼ੁਰੂਆਤ ਕੀਤੀ ਹੈ ਉਹਨੂੰ ਅੱਗੇ ਵਧਾਉਂਦੇ ਹੋਏ ਅੱਜ ਮੇਰੇ ਨਾਲ ਜਿਹੜੀ ਮਹਿਮਾਨ ਸ਼ਖਸੀਅਤ ਜੁੜੀ ਹੈ ਉਹ ਪੱਤਰਕਾਰਤਾ ਤੋਂ ਇੱਧਰ ਗਏ ਨੇ, PCS ਤੱਕ ਗਏ ਨੇ। ਸਵਾਤੀ ਜੀ ਸਾਡੇ ਮਹਿਮਾਨ ਹੈ। ਉਹਨਾਂ ਦਾ ਨਾਮ ਮੈਨੂੰ ਬੜਾ ਲੱਗਿਆ ਖਾਸ ਅਤੇ ਉਹਨਾਂ ਤੋਂ ਨਾਂ ਦਾ ਮਤਲਬ ਵੀ ਜਾਣਾਂਗੇ ਅਤੇ ਪੱਤਰਕਾਰਤਾ ਤੋਂ ਹੋ ਕੇ PCS ਵੱਲ ਜਾਣਾ ਜਾਂ ਸਿਵਲ ਸਰਵਿਸ ਵੱਲ ਜਾਣਾ ਕਿਵੇਂ ਸੋਚਿਆ, ਕਿਵੇਂ ਮਨ ਬਣਿਆ, ਉਹੀ ਸਵਾਲ ਬਹੁਤੇ ਤਿਆਰੀ ਕਿਵੇਂ ਕਰਨੀ ਹੈ, ਮਨ ਨੂੰ ਸਟੇਬਲ ਕਿਵੇਂ ਰੱਖਣਾ ਹੈ, ਇਹ ਸਾਰੀਆਂ ਚੀਜ਼ਾਂ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਕਿਵੇਂ ਲੰਘਣਾ ਹੈ ਅਤੇ ਆਪਣੇ ਆਪ ਨੂੰ ਉਸ ਨਿਸ਼ਾਨੇ ਵੱਲ ਬਣਾ ਕੇ ਕਿਵੇਂ ਰੱਖਣਾ। ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਫਿਰ ਜਾਣ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਤੁਹਾਡਾ? ਆਲ ਵੈਲ ਜੀ, ਥੈਂਕ ਯੂ ਸੋ ਮਚ। ਪਹਿਲਾਂ ਤਾਂ ਆਪਾਂ ਨਾਮ ਤੋਂ ਸ਼ੁਰੂ ਕਰਦੇ ਹਾਂ। ਸਵਾਤੀ ਦਾ ਕੀ ਮਤਲਬ ਹੈ? ਸਵਾਤੀ ਦਾ ਮਤਲਬ ਹੈ ਕਿ ਇੱਕ ਨਕਸ਼ਤਰ ਤੋਂ ਜਿਹੜੀ ਬੂੰਦ ਸਮੁੰਦਰ 'ਚ ਡਿੱਗਦੀ ਹੈ ਅਤੇ ਸਿੱਪੀ ਦੇ ਮੂੰਹ 'ਚ ਜਾਂਦੀ ਹੈ ਅਤੇ ਫਿਰ ਉੱਤੋਂ ਇੱਕ ਪਰਲ ਬਣਦਾ। ਸੋ ਇਸ ਪ੍ਰੋਸੈਸ ਨੂੰ ਸਵਾਤੀ ਕਹਿੰਦੇ ਆ। ਕੀ ਬਾਤ ਹੈ। ਇਸ ਸਫ਼ਰ 'ਚ ਜਦੋਂ ਤੁਸੀਂ ਜਰਨਲਿਜ਼ਮ ਵੱਲ ਗਏ, ਉਹ ਖੋਜ ਹੁੰਦੀ ਹੈ ਨਾ ਕਿ ਜਾਣਨ ਦੀ, ਅੱਗੇ ਜਾਣਨ ਦੀ। ਜਰਨਲਿਜ਼ਮ 'ਚ ਅੱਗੇ ਜਾਣ ਦੀ ਬਜਾਏ ਇੱਧਰ ਅਫਸਰਸ਼ਾਹੀ ਵੱਲ ਜਾਂ ਸਿਵਲ ਸਰਵਿਸ ਵੱਲ ਕਿਵੇਂ ਧਿਆਨ ਹੋਇਆ? ਜਰਨਲਿਜ਼ਮ ਦੇ ਵਿੱਚ ਮੈਂ ਆਪਣੀ ਜਿਹੜੀ ਮਾਸਟਰਸ ਹੈ ਉਹ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਅਤੇ ਉਸ ਤੋਂ ਬਾਅਦ ਮੈਂ ਕੁਝ ਪਬਲੀਕੇਸ਼ਨਸ ਨਾਲ ਕੰਮ ਕੀਤਾ। ਮਾਸਟਰਸ ਕਰਨ ਤੋਂ ਪਹਿਲਾਂ ਜਿਹੜੀ ਮੇਰੀ ਗ੍ਰੈਜੂਏਸ਼ਨ ਹੈ ਉਹ ਹੈਗੀ ਹੈ ਬੈਚਲਰਸ ਇਨ ਸੋਸ਼ਲ ਸਾਇੰਸਿਸ ਫਰਮ ਗੁਰੂ ਨਾਨਕ ਦੇਵ ਯੂਨੀਵਰਸਿਟੀ। ਸੋ ਜਿਹੜਾ ਉਹ ਕੋਰਸ ਉਸ ਵੇਲੇ ਡਿਜ਼ਾਈਨ ਕੀਤਾ ਸੀ ਉਹ ਸਿਵਲ ਸਰਵਿਸਿਜ਼ ਦੇ ਮੱਦੇਨਜ਼ਰ ਡਿਜ਼ਾਈਨ ਕੀਤਾ ਸੀਗਾ ਕੋਰਸ। ਅਤੇ ਮੇਰੇ ਉਹਦੇ ਨਾਲ ਜਿਹੜੇ ਮੇਰੇ ਸਹਿਪਾਠੀ ਸੀ ਉਹਨਾਂ 'ਚੋਂ ਕਈਆਂ ਨੇ ਸਿਵਲ ਸਰਵਿਸਿਜ਼ ਐਗਜ਼ਾਮ ਕਰੈਕ ਕੀਤਾ ਐਂਡ ਦੇ ਵਰ ਡੂਇੰਗ ਰੀਅਲੀ ਗੁੱਡ। ਸੋ ਉਹਨਾਂ ਦੇ ਵੱਲ ਦੇਖ ਕੇ ਮੈਨੂੰ ਲੱਗਦਾ ਕਿ ਮੈਂ ਇਹਦੇ 'ਚ ਬਿਲਕੁਲ ਨਹੀਂ ਹਿਚਕਚਾਉਂਦੀ ਕਹਿਣ 'ਚ ਕਿ ਪ੍ਰੋਬੇਬਲੀ ਦੇ ਵਰ ਮਾਈ ਇੰਸਪੀਰੇਸ਼ਨ। ਅਤੇ ਮੈਂ ਫਿਰ ਡਿਸਾਈਡ ਕੀਤਾ ਕਿ ਮੈਂ ਪੇਪਰ ਲਈ ਅਪੀਅਰ ਹੁੰਦੀ ਹਾਂ ਅਤੇ ਮੈਂ ਬੜੇ ਸਹਿਜ ਸੁਭਾਅ ਪ੍ਰੀਲਿਮਿਨਰੀ ਐਗਜ਼ਾਮ ਜਿਹੜਾ ਹੁੰਦਾ ਉਹਦੇ 'ਚ ਮੈਂ ਬੈਠੀ, ਉਹ ਮੇਰਾ ਕਲੀਅਰ ਹੋ ਗਿਆ। ਸੋ ਬਸ ਫਿਰ ਮੈਂ ਵੀ ਉਸ ਚੱਕਰਵਿਊਹ 'ਚ ਪੈ ਗਈ। ਅਤੇ ਤੁਸੀਂ ਸਹਿਜ ਸੁਭਾਅ ਹੀ ਬੈਠ ਗਏ? ਜਦੋਂ ਆਪਾਂ ਇਸ ਫੀਲਡ 'ਚ ਉਤਰਦੇ ਹਾਂ, ਬਹੁਤ ਸਾਰੇ ਘੰਟੇ, ਬਹੁਤ ਸਾਰਾ ਸਿਲੇਬਸ, ਵੱਡੀਆਂ ਗੱਲਾਂ ਸੁਣਨ ਨੂੰ ਮਿਲਦੀਆਂ, ਤੁਸੀਂ ਕਿਹਾ ਵੀ ਸਹਿਜ ਸੁਭਾਅ ਹੀ ਬੈਠੇ? ਜਿਵੇਂ ਮੈਂ ਤੁਹਾਨੂੰ ਦੱਸਿਆ, ਜਿਹੜੀ ਮੇਰੀ ਗ੍ਰੈਜੂਏਸ਼ਨ ਸੀਗੀ, ਜਿਹੜਾ ਉਹ ਕੋਰਸ ਸੀਗਾ ਉਹਦੇ ਵਿੱਚ ਇੱਕ ਜਿਹੜਾ ਤੁਸੀਂ ਕਹੋ ਕਿ ਜਾਗ ਉੱਥੇ ਲੱਗ ਚੁੱਕੀ ਸੀਗੀ। ਉਹ ਕੋਰਸ ਦੇ ਵਿੱਚ ਜਰਨਲ ਸਟੱਡੀ ਦੇ ਸਬਜੈਕਟ, ਮੇਨ ਸਬਜੈਕਟ ਮੈਂ ਪੜ੍ਹੇ ਹੋਏ ਸੀਗੇ। ਸੋ ਮੈਨੂੰ ਇੱਕ ਫੇਅਰ ਆਈਡੀਆ ਸੀਗਾ ਕਿ ਇਸ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਲਈ ਤੁਹਾਡੀ ਬੇਸਿਕ ਕੀ ਤੁਹਾਡੀ ਸਟ੍ਰੈਟਜੀ ਹੋਣੀ ਚਾਹੀਦੀ ਹੈ। ਕਿਉਂਕਿ ਮੈਂ ਇੱਕ ਪ੍ਰੋਫੈਸ਼ਨਲ ਕੋਰਸ ਕੀਤਾ ਸੀਗਾ ਅਤੇ ਉਸ ਤੋਂ ਬਾਅਦ ਮੈਂ ਪਬਲੀਕੇਸ਼ਨ ਸੈਕਟਰ 'ਚ ਕੰਮ ਕੀਤਾ, ਪੱਤਰਕਾਰਤਾ ਦੇ ਵਿੱਚ ਕੰਮ ਕੀਤਾ, ਡੈਸਕ ਜੋਬ ਕੀਤੀਆਂ ਉਹਦੇ ਵਿੱਚ। ਅਤੇ ਮੈਨੂੰ ਲੱਗਿਆ ਕਿ ਉਹ ਸਿਕਿਉਰ ਇੱਕ ਮੇਰਾ ਕਰੀਅਰ ਉਹ ਪਾਥ ਉੱਤੇ ਵੀ ਸੀਗਾ। ਸੋ ਜਦੋਂ ਮੈਂ ਇੱਕ ਆਪਣਾ ਕਰੀਅਰ ਪਾਥ ਸਿਕਿਉਰ ਕਰ ਲਿਆ ਅਤੇ ਮੈਨੂੰ ਲੱਗਿਆ ਕਿ ਮੈਨੂੰ ਇਸ ਗੱਲ ਵਾਲੇ ਪਾਸੇ ਵੀ ਇੱਕ ਵਾਰੀ ਟਰਾਈ ਕਰ ਲੈਣਾ ਚਾਹੀਦਾ, ਕਿਉਂਕਿ ਮੇਰੇ ਕੋਲ ਆਲਰੇਡੀ ਜਿਹੜਾ ਰਿਕੁਆਇਰਡ ਤੁਹਾਡਾ ਸਕਿੱਲ ਸੈੱਟ ਜਾਂ ਜਿਹੜਾ ਐਜੂਕੇਸ਼ਨ ਸੈੱਟ ਹੋਣਾ ਚਾਹੀਦਾ ਉਹ ਮੇਰੇ ਕੋਲ ਸੀਗਾ ਜੀ। ਸੋ ਦੈਟ ਇਜ਼ ਹਾਊ ਮੈਂ ਇਹਦੀ ਤਿਆਰੀ ਕਰਨੀ ਸ਼ੁਰੂ ਕੀਤੀ। ਅੱਜ ਤੁਸੀਂ ਆਪਦੇ ਆਪ ਨੂੰ ਜੇ ਦੇਖਦੇ ਹੋ, ਤੁਹਾਨੂੰ ਲੱਗਦਾ ਕਿ ਕਿਹੜੀ ਪਲੈਨਿੰਗ ਕੰਮ ਆਈ? ਇੱਕ ਵਾਰੀ ਤਾਂ ਤੁਸੀਂ ਅਚਾਨਕ ਬੈਠ ਗਏ ਅਤੇ ਹੋ ਗਿਆ, ਫਿਰ ਅਗਲੇ ਸਟੈਪ 'ਤੇ ਜਦੋਂ ਤੁਸੀਂ ਗਏ? ਜਿਵੇਂ ਮੈਂ ਤੁਹਾਨੂੰ ਦੱਸਿਆ, ਮੈਨੂੰ ਪਹਿਲਾਂ ਪਤਾ ਸੀਗਾ ਕਿ ਵਾਟ ਇਟ ਟੇਕਸ ਟੂ ਪ੍ਰੀਪੇਅਰ ਫॉर ਸਿਵਲ ਸਰਵਿਸਿਜ਼ ਐਗਜ਼ਾਮ। ਸਿਵਲ ਸਰਵਿਸ ਐਗਜ਼ਾਮ ਲਈ ਪ੍ਰੀਪੇਅਰ ਕਰਨਾ ਮੈਂ ਸਮਝਦੀ ਹਾਂ ਕਿ ਇੱਕ ਕੋਈ ਪ੍ਰੋਸੈਸ ਨਹੀਂ, ਇੱਕ ਟਰਾਂਸਫੋਰਮੇਸ਼ਨਲ ਜਰਨੀ ਹੈ ਇੱਕ ਇਨਸਾਨ ਦੀ। ਕਿਉਂਕਿ ਜਿਹੜੇ ਸਬਜੈਕਟਸ ਤੁਹਾਨੂੰ ਪੜ੍ਹਨ ਨੂੰ ਮਿਲਦੇ ਨੇ ਉਹਦੇ ਨਾਲ ਤੁਹਾਡੀ ਇੱਕ ਓਵਰਆਲ ਪਰਸਨੈਲਿਟੀ ਡਿਵੈਲਪ ਹੁੰਦੀ ਹੈ, ਚਾਹੇ ਤੁਹਾਡਾ ਪੇਪਰ ਕਲੀਅਰ ਹੋਵੇ ਨਾ ਹੋਵੇ, ਪਰ ਤੁਹਾਡੀ ਜਿਹੜਾ ਇੰਟੈਲੈਕਚੁਅਲ ਲੈਵਲ ਹੈ ਉਹ ਡੈਫੀਨੇਟਲੀ ਇੰਪਰੂਵ ਹੁੰਦਾ ਹੈ। ਤੁਹਾਨੂੰ ਸੁਸਾਇਟੀ ਬਾਰੇ, ਤੁਹਾਨੂੰ ਆਪਣੇ ਪਾਸਟ, ਪ੍ਰੈਜ਼ੈਂਟ ਅਤੇ ਉਹਦੇ ਬਾਰੇ ਤੁਹਾਨੂੰ ਪਤਾ ਲੱਗਦਾ। ਸੋ ਸਟ੍ਰੈਟਜੀ ਦੀ ਜੇ ਮੈਂ ਗੱਲ ਕਰਾਂ ਤਾਂ ਕਿਉਂਕਿ ਮੈਂ ਆਲਰੇਡੀ ਕੰਮ ਕਰ ਰਹੀ ਸੀ ਅਤੇ ਕੰਮ ਕਰਨਾ ਮੇਰੇ ਲਈ ਜ਼ਰੂਰੀ ਵੀ ਸੀਗਾ, ਮੈਂ ਆਪਣਾ ਕੰਮ ਛੱਡ ਨਹੀਂ ਸੀ ਸਕਦੀ, ਪਰ ਮੈਂ 9 to 5 ਜੋਬ ਡੈਫੀਨੇਟਲੀ ਨਹੀਂ ਸੀ ਕਰ ਸਕਦੀ। ਸੋ ਜਦੋਂ ਮੈਂ ਤਿਆਰੀ ਕਰਨ ਦਾ ਨਿਸ਼ਚੇ ਕੀਤਾ ਅਤੇ ਉਸ ਤੋਂ ਬਾਅਦ ਮੈਂ ਫਿਰ ਫ੍ਰੀਲੈਂਸਿੰਗ ਵਾਲੇ ਪਾਸੇ ਹੋ ਗਈ ਅਤੇ ਨਾਲ ਦੀ ਨਾਲ ਮੈਂ ਤਿਆਰੀ ਆਪਣੀ ਕਰਨੀ ਸ਼ੁਰੂ ਕੀਤੀ। ਅਤੇ ਉਹਦੇ ਵਿੱਚ ਸਭ ਤੋਂ ਪਹਿਲਾ ਸਟੈਪ ਜਿਹੜਾ ਸੀਗਾ ਉਹ ਇਹ ਸੀਗਾ ਕਿ ਜਿਹੜਾ ਸਿਲੇਬਸ ਹੈ ਐਗਜ਼ਾਮ ਦਾ ਉਸ ਨੂੰ ਚੰਗੀ ਤਰ੍ਹਾਂ ਥਰੋਲੀ ਸਮਝਣਾ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਤੁਸੀਂ ਕਿਤਾਬਾਂ ਖਰੀਦਣ ਤੋਂ ਵੀ ਪਹਿਲਾਂ ਆਈ ਥਿੰਕ ਜਿਹੜਾ ਸਿਲੇਬਸ ਦਾ ਸਟਰਕਚਰ ਕੀ ਹੈਗਾ ਉਸ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਕੀ ਖਰੀਦਣਾ ਹੈ, ਹਾਂ, ਕੀ ਖਰੀਦਣਾ, ਕੀ ਪੜ੍ਹਨਾ ਹੈ। ਜਿਵੇਂ ਜਨਰਲ ਸਟੱਡੀਜ਼ ਦੇ ਜਿਹੜੇ ਤੁਹਾਡੇ ਸਬਜੈਕਟਸ ਨੇ ਉਹਦੇ ਵਿੱਚ ਤੁਹਾਨੂੰ ਕਿਹੜੇ ਟੌਪਿਕਸ ਨੇ, ਮਤਲਬ ਇੱਕ ਸਟਰਕਚਰ, ਆਪਣਾ ਮੈਂਟਲ ਸਟਰਕਚਰ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਹੀ ਤੁਸੀਂ ਆਪਣੀ ਫਰਦਰ ਪਲੈਨਿੰਗ ਫਿਰ ਕਰੋ। ਜਦੋਂ ਤੁਸੀਂ ਸਮਾਨ ਖਰੀਦ ਲਿਆ, ਹਥਿਆਰ ਖਰੀਦ ਲਏ ਐਗਜ਼ਾਮ ਵਾਸਤੇ, ਫਿਰ ਕਿਸ ਤਰ੍ਹਾਂ ਦੀ ਤਿਆਰੀ ਕੀਤੀ? ਮੈਂ ਸਮਝਦੀ ਹਾਂ ਨਾਓ ਵੈਨ ਆਈ ਲੁੱਕ ਬੈਕ, ਅਤੇ ਮੈਨੂੰ ਲੱਗਦਾ ਕਿ ਇਹਦਾ ਇੱਕ ਮੈਥਡ ਹੈਗਾ। ਦੇਖੋ, ਸਾਡੇ ਕੋਲ ਦਿਨ 'ਚ ਘੰਟੇ 24 ਨੇ, ਸਾਡੀ ਐਨਰਜੀ ਵੀ ਲਿਮਿਟਡ ਹੀ ਹੁੰਦੀ, ਅਸੀਂ ਐਗਜ਼ੌਸਟ ਹੋ ਜਾਂਦੇ ਹਾਂ।
ਤੇ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਐਸੈਂਸ਼ੀਅਲ ਨੇ, ਜਿਵੇਂ 6 to 8 ਆਵਰਸ ਆਫ ਸਟੱਡੀ ਇਜ਼ ਐਸੈਂਸ਼ੀਅਲ। ਜੀ ਉਸ ਤੋਂ ਬਗੈਰ ਇਹ ਨਹੀਂ ਹੈਗਾ ਕਿ ਉਹਦੇ ਕੀਤੇ ਉਹ ਕੋਈ ਇੱਕ ਫਾਰਮੂਲਾ ਹੈਗਾ, ਬਟ ਜਿਸ ਤਰੀਕੇ ਦਾ ਸਿਲੇਬਸ ਹੈ, ਜਿਸ ਤਰੀਕੇ ਦੀ ਅੰਡਰਸਟੈਂਡਿੰਗ ਐਗਜ਼ਾਮ ਹੋਣੀ ਚਾਹੀਦੀ ਹੈ, ਉਹ ਤੁਹਾਨੂੰ ਇਸ ਤੋਂ ਘੱਟ ਪੜ੍ਹੇ ਬਗੈਰ ਆ ਨਹੀਂ ਸਕਦੀ। ਜੀ ਸੋ ਪਹਿਲਾਂ ਤੁਸੀਂ ਆਪਣਾ ਸਿਲੇਬਸ ਦੇਖੋ, ਉਸ ਤੋਂ ਬਾਅਦ ਜਿਹੜੀ ਬੇਸਿਕ ਰੀਡਿੰਗਸ ਨੇ, ਜਿਹੜੀ ਤੁਹਾਡੀ NCERTs ਦਾ ਹੈਗਾ 6ਵੀਂ ਤੋਂ ਲੈ ਕੇ 12ਵੀਂ ਤੱਕ ਦੀ NCERTs, ਉਹ ਬੇਸਿਕ ਰੀਡਿੰਗ ਹੈ। ਫਿਰ ਜਿਵੇਂ ਆਪਾਂ ਕਿਸੇ ਚੀਜ਼ ਨੂੰ ਟੌਪ ਅਪ ਕਰਦੇ ਹਾਂ, ਉਸ ਤੋਂ ਬਾਅਦ ਕੁਝ ਸਟੈਂਡਰਡ ਟੈਕਸਟ ਆਉਂਦੇ ਨੇ, ਪੋਲੀਟੀਕਲ ਸਾਇੰਸ ਦੇ ਕੁਝ ਸਟੈਂਡਰਡ ਟੈਕਸਟ ਨੇ, ਜਿਓਗ੍ਰਾਫੀ ਦੇ ਹੋ ਗਏ ਸਟੈਂਡਰਡ ਟੈਕਸਟ, ਹਿਸਟਰੀ ਦੇ ਸਟੈਂਡਰਡ ਟੈਕਸਟ ਨੇ, ਉਹ ਤੁਸੀਂ ਪੜ੍ਹਨੇ ਨੇ। ਪਰ ਤੁਸੀਂ ਉਹਨਾਂ ਨੂੰ ਉਦੋਂ ਹੀ ਪੜ੍ਹ ਸਕਦੇ ਹੋ ਜਦੋਂ ਤੁਹਾਡੀ ਬੇਸਿਕ ਜਿਹੜੀ ਹੈਗੀ ਕਲੈਰਿਟੀ ਹੈਗੀ, ਤੁਹਾਡੇ ਬੇਸਿਕ ਕਨਸੈਪਟਸ ਕਲੀਅਰ ਨੇ। ਦੈਨ ਦ ਥਰਡ ਲੇਅਰ ਕਮਸ ਕਿ ਜਿਹੜਾ ਇੱਕ ਕਿਸੇ ਵੀ ਸਬਜੈਕਟ ਦਾ ਇੱਕ ਸਟੈਟਿਕ ਪਾਰਟ ਹੁੰਦਾ, ਇੱਕ ਡਾਇਨਾਮਿਕ ਪਾਰਟ ਹੁੰਦਾ। ਸਟੈਟਿਕ ਪਾਰਟ ਤਾਂ ਇਹਦੇ ਨਾਲ ਕਵਰ ਹੋ ਗਿਆ। ਜਿਹੜਾ ਡਾਇਨਾਮਿਕ ਪਾਰਟ ਹੈ, ਉਹ ਨਿਊਜ਼ਪੇਪਰਸ ਨੂੰ ਪੜ੍ਹ ਕੇ, ਜਿਹੜੀਆਂ ਕਰੰਟ ਅਫੇਅਰ ਮੈਗਜ਼ੀਨਸ ਹੁੰਦੀਆਂ ਉਹਨਾਂ ਨੂੰ ਪੜ੍ਹ ਕੇ, ਅੱਜ ਕੱਲ੍ਹ ਜਿਵੇਂ ਵੈਬਸਾਈਟਸ ਬਹੁਤ ਜ਼ਿਆਦੀਆਂ ਨੇ, ਸੋ ਉਹ ਥਰਡ ਲੇਅਰਿੰਗ ਇਹਦੀ ਆ ਜਾਂਦੀ ਹੈ। ਸੋ ਇਸ ਤਰੀਕੇ ਦਾ ਤੁਸੀਂ ਆਪਣਾ ਸਟਰਕਚਰਡ ਤਰੀਕੇ ਨਾਲ ਜੇ ਤਿਆਰੀ ਕਰਦੇ ਹੋ, ਤੇ ਮੈਨੂੰ ਲੱਗਦਾ ਹੈ ਕਿ ਨੋਟ ਐਨੀਬਡੀ ਕੈਨ ਕਲੀਅਰ ਦੀ ਐਗਜ਼ਾਮ, ਕਿਉਂਕਿ ਜੇ ਮੈਂ ਇਹ ਕਰ ਸਕਦੀ ਹਾਂ, ਸਾਰੇ ਕਨਵੈਨਸ਼ਨਲ ਤਰੀਕੇ ਜਿਹੜੇ ਵੀ ਆਪਾਂ ਕਹਿੰਦੇ ਆ ਉਹਨਾਂ ਤੋਂ ਅੱਡ ਮੇਰਾ ਰਿਹਾ ਹੈ। ਤੁਸੀਂ ਬਾਗੀ ਰਹੇ ਹੋ ਉਹਨਾਂ ਚੀਜ਼ਾਂ ਤੋਂ। ਤੇ ਤੁਹਾਨੂੰ ਕਿਹੜੀ ਚੀਜ਼ ਲੱਗਦੀ ਹੈ ਕਿ ਤੁਹਾਡੇ 'ਚ ਇਹੋ ਜਿਹੀ ਕਿਹੜੀ ਚੀਜ਼ ਖਾਸ ਸੀ ਜਿਹੜੀ ਤੁਹਾਨੂੰ ਕੱਢ ਲਈ ਉੱਥੋਂ ਉਸ ਰੇਸ ਵਿੱਚ ਦੀ? ਤੁਸੀਂ 15 ਘੰਟੇ ਬੈਠਣ ਵਾਲੇ ਵੀ ਹੈ ਨਹੀਂ ਸੀ, ਇਹ ਸਾਰੀਆਂ ਚੀਜ਼ਾਂ ਹੈ ਨਹੀਂ ਸੀ, ਬਹੁਤੀਆਂ ਚੀਜ਼ਾਂ ਜਿਹੜੀਆਂ ਤੁਸੀਂ ਇੰਸਟੀਟਿਊਟ ਵਾਲੇ ਜਿਵੇਂ ਟ੍ਰੇਨਿੰਗ, ਕੋਚਿੰਗ, ਇਹ ਸਾਰੀਆਂ ਚੀਜ਼ਾਂ ਤੋਂ ਬਹੁਤਾ ਦੂਰ ਰਹਿ ਕੇ ਕੀਤਾ ਹੈ। ਹਾਂਜੀ, ਸੋ ਇਹਦੇ 'ਚ ਟੋਟਲ ਜਿਹੜਾ ਮੈਂ ਕੰਮ ਕਰਦੀ ਸੀ ਦਿਨ ਦਾ, ਉਹ ਤਾਂ 15 ਘੰਟੇ ਤੋਂ ਜ਼ਿਆਦਾ ਹੋ ਜਾਂਦਾ ਸੀ, ਕਿਉਂਕਿ ਮੈਂ ਫ੍ਰੀਲੈਂਸਿੰਗ ਦਾ ਵੀ ਕੰਮ ਕਰਦੀ ਸੀ। ਬਟ ਆਈ ਥਿੰਕ ਇੱਕ ਤੁਹਾਡੀ ਕੰਸਿਸਟੈਂਸੀ ਇਜ਼ ਵੈਰੀ ਇੰਪੋਰਟੈਂਟ। ਮਤਲਬ ਜੇ ਤੁਸੀਂ ਕਹੋ ਕਿ ਆਪਣੇ ਤਿਆਰੀ ਕਰਦੇ ਕਰਦੇ ਇੱਕ ਦਿਨ ਦੀ ਵੀ ਜੇ ਤੁਸੀਂ ਛੁੱਟੀ ਲੈ ਲਈ, ਤਾਂ ਤੁਹਾਡਾ ਪੂਰਾ ਪਿਛਲਾ ਜਿਹੜਾ ਮੋਮੈਂਟਮ ਹੈਗਾ ਉਹ ਬ੍ਰੇਕ ਹੋ ਜਾਂਦਾ, ਤੇ ਉਹ ਦੁਬਾਰਾ ਉਸ ਮੋਮੈਂਟਮ 'ਚ ਆਉਣਾ ਬਹੁਤ ਔਖਾ ਹੁੰਦਾ। ਸੋ ਆਈ ਥਿੰਕ ਇੱਕ ਕੰਸਿਸਟੈਂਸੀ ਜਿਹੜੀ ਹੈ ਦੈਟ ਇਜ਼ ਵੈਰੀ ਇੰਪੋਰਟੈਂਟ। ਤੇ ਇੱਕ ਹੁੰਦਾ ਕਿ ਬਈ ਇਸ ਚੀਜ਼ ਨੂੰ ਮਤਲਬ ਜਿਹੜਾ ਇੱਕ ਚੀਜ਼ ਸ਼ੁਰੂ ਕੀਤੀ ਹੈ ਉਸਨੂੰ ਉਹਦੇ ਅਲਟੀਮੇਟ ਕੰਕਲੂਜਨ ਤੱਕ ਲੈ ਕੇ ਜਾਣਾ ਬੜਾ ਇੰਪੋਰਟੈਂਟ ਹੈ, ਨਹੀਂ ਤਾਂ ਤੁਹਾਨੂੰ ਕਲੋਜ਼ਰ ਨਹੀਂ ਮਿਲਦਾ, ਜਾਂ ਪੇਪਰ ਕਲੀਅਰ ਹੋਵੇ ਜਾਂ ਨਾ ਹੋਵੇ, ਹੈ ਨਾ। ਸੋ ਉਹ ਇੱਕ ਮੇਰਾ ਹੁੰਦਾ ਕਿ ਬਈ ਇਹਨੂੰ ਆਪਾਂ ਲੌਜੀਕਲ ਕੰਕਲੂਜਨ ਤੇ ਲੈ ਕੇ ਜਾਣਾ ਇਸ ਚੀਜ਼ ਨੂੰ, ਅੱਧ ਵਿੱਚ ਕਰਨੀ। ਸੋ ਆਈ ਥਿੰਕ ਆਹੀ ਦੋ ਮੇਰੇ ਸੀਗੇ। ਸੈਕੰਡ ਟਾਈਮ ਤੁਸੀਂ ਕਲੀਅਰ ਕੀਤਾ ਹੈ, ਫਸਟ ਟਾਈਮ ਵੀ ਹੋ ਗਿਆ ਸੀ, ਮਨ 'ਚ ਨਹੀਂ ਆਇਆ ਵੀ ਜੁਆਇਨ ਕਰ ਲਈ? ਨਹੀਂ, ਕਿਉਂਕਿ ਉਸ ਟਾਈਮ ਤੇ ਮੈਨੂੰ ਸੀਗਾ, ਮੈਂ ਦੱਸਿਆ ਤਿਆਰੀ ਕਰਨ ਵੇਲੇ ਵੀ ਜਿਵੇਂ ਮੈਨੂੰ ਇਸ ਗੱਲ ਦਾ ਧਿਆਨ ਸੀਗਾ ਕਿ 9 to 5 ਜੌਬ ਨਹੀਂ ਮੈਂ ਕਰ ਸਕਦੀ। ਸੋ ਮੈਂ ਚਾਂਸ ਨਹੀਂ ਸੀ ਲੈਣਾ ਚਾਹੁੰਦੀ। ਮੈਨੂੰ ਸੀਗਾ ਕਿ ਜੇਕਰ ਜੋ ਮੈਂ ਚਾਹੁੰਦੀ ਹਾਂ ਉਸ ਨੂੰ ਪ੍ਰਾਪਤ ਕਰਨ ਦੇ ਲਈ ਜੇ ਮੈਂ ਹੁਣ ਇਹ ਜੁਆਇਨ ਕਰ ਲਿਆ, ਤੇ ਹਰ ਜੌਬ ਜਿਹੜੀ ਹੁੰਦੀ ਹੈ ਉਹਦੀਆਂ ਕੁਝ ਡਿਮਾਂਡਸ ਹੁੰਦੀਆਂ ਨੇ। ਆਈ ਵੁਡਨਟ ਹੈਵ ਜਸਟੀਫਾਈਡ ਮਾਈ ਦਿਸ ਥਿੰਗ ਇਫ ਮੈਂ ਜਦੋਂ ਜੁਆਇਨ ਕਰ ਲੈਂਦੀ। ਇਸ ਕਰਕੇ ਮੈਂ ਫਿਰ ਸੈਕੰਡ ਅਟੈਂਪਟ ਦੇ ਵਿੱਚ ਤਿਆਰੀ ਕਰਕੇ, ਤੇ ਉਹ ਫੇਜ਼ ਦੇ ਵਿੱਚ ਜਦੋਂ ਬੰਦਾ ਸੈਕੰਡ ਟਾਈਮ ਜਾਂਦਾ ਹੈ, ਕਈ ਤਰ੍ਹਾਂ ਦੇ ਰੁਕ ਜਾਂਦਾ ਇੱਕ ਵਾਰੀ, ਤਾਂ ਕਈ ਤਰ੍ਹਾਂ ਦੀਆਂ ਹੋਰ ਚੁਣੌਤੀਆਂ, ਮਾਨਸਿਕ, ਸਰੀਰਕ, ਕਈ ਚੀਜ਼ਾਂ ਚੱਲਦੀਆਂ ਰਹਿੰਦੀਆਂ। ਉਹਨਾਂ ਚੀਜ਼ਾਂ 'ਚ ਜਦੋਂ ਟਾਈਮ ਸੀਗਾ, ਤੇ ਉਹ ਆਪਣਾ ਟਾਈਮ ਤੁਸੀਂ ਕਿਵੇਂ ਬਿਤਾਇਆ? ਇਹ ਇੱਕ ਬੜਾ ਹੁੰਦਾ ਕਿ ਤੁਹਾਨੂੰ ਕਈ ਵਾਰੀ ਕੀ ਹੁੰਦਾ ਕਿ ਆਪਣੇ ਬਾਰੇ ਕੁਝ ਤੁਹਾਡੇ ਮਿਸਪਲੇਸਡ ਨੋਸ਼ਨਸ ਵੀ ਹੁੰਦੇ ਆ ਕਿ ਆਈ ਥਿੰਕ ਇਹ ਜਿਹੜੇ ਜੌਬਸ ਹੁੰਦੇ ਨੇ, ਇਹ ਵੀ ਆਪਣੀ ਡਿਵੈਲਪਮੈਂਟ ਵਾਸਤੇ ਬੜੇ ਜ਼ਰੂਰੀ ਹੁੰਦੇ ਨੇ। ਜੇ ਤੁਸੀਂ ਹਰ ਕੋਈ ਚੀਜ਼ ਸ਼ੁਰੂ ਕਰੋ ਤੇ ਤੁਹਾਨੂੰ ਉਹਦੇ 'ਚ ਸਫਲਤਾ ਹੀ ਪ੍ਰਾਪਤ ਹੋਏ, ਤਾਂ ਉਹ ਵੀ ਇੱਕ ਕੋਈ ਅੱਛੀ ਚੀਜ਼ ਨਹੀਂ ਮੈਂ ਮੰਨਦੀ। ਸੋ ਇਹ ਜਿਹੜੇ ਸੈਟਬੈਕਸ ਜਿਹੜੇ ਹੁੰਦੇ ਆ ਲਾਈਫ ਦੇ ਵਿੱਚ, ਇਹ ਬੜੇ ਇੰਪੋਰਟੈਂਟ ਹੁੰਦੇ ਨੇ, ਐਂਡ ਦੇ ਮੇਕ ਯੂ ਅ ਬੈਟਰ ਪਰਸਨ। ਸੋ ਆਈ ਥਿੰਕ ਜਿਹੜਾ ਫਸਟ ਅਟੈਂਪਟ ਦੇ ਵਿੱਚ ਮੈਨੂੰ ਜਿਹੜਾ ਸੀਗਾ ਕਿ ਮੇਰਾ ਮਨਪਾਉਂਦਾ ਰੈਂਕ ਮੈਨੂੰ ਨਹੀਂ ਮਿਲਿਆ, ਉਹ ਇੱਕ ਮੇਰੇ ਵਾਸਤੇ ਮੋਟੀਵੇਸ਼ਨ ਹੀ ਸੀਗੀ ਦੈਟ ਆਈ ਨੀਡ ਟੂ ਵਰਕ ਬੈਟਰ, ਕਿ ਦੇਰ ਇਜ਼ ਸਮਥਿੰਗ ਜਿਹੜਾ ਮੈਂ ਮਿਸ ਕਰ ਰਹੀ ਹਾਂ, ਜਿਹੜਾ ਮੈਂ ਪ੍ਰੋਬੇਬਲੀ ਇੰਨੇ ਪ੍ਰੋਪਰਲੀ ਨਹੀਂ ਟੇਕਅਪ ਕਰ ਰਹੀ ਉਸ ਚੀਜ਼ ਨੂੰ। ਇੱਕ ਸੈਲਫ ਇੰਟਰੋਸਪੈਕਸ਼ਨ ਦਾ ਪੁਆਇੰਟ ਹੁੰਦਾ। ਸੋ ਸੱਚ ਇਨਸੀਡੈਂਟਸ ਅਦਰਵਾਈਜ਼ ਆਲਸੋ ਲਾਈਫ ਦੇ ਵਿੱਚ ਜਿਹੜੇ ਵੀ ਤੁਹਾਨੂੰ ਕੋਈ ਸੈਟਬੈਕਸ ਮਿਲਦੇ, ਆਈ ਥਿੰਕ ਦੇ ਆਰ ਦ ਪੁਆਇੰਟ ਆਫ ਰਿਫਲੈਕਸ਼ਨ, ਦੇ ਆਰ ਪੁਆਇੰਟ ਆਫ ਸੈਲਫ ਇੰਟਰੋਸਪੈਕਸ਼ਨ, ਐਂਡ ਯੂ ਸ਼ੁਡ ਆਲਵੇਜ਼ ਇੰਪਰੂਵ ਯੋਰ ਪਰਫੋਰਮੈਂਸ ਐਂਡ ਯੂ ਵਿਲ ਇਵੈਂਚੁਅਲੀ ਗੈਟ ਆਊਟ ਆਫ ਇਟ। ਤੁਸੀਂ ਜਦੋਂ ਅੱਜ ਆਪਦੀ ਚੇਅਰ ਤੇ ਬੈਠ ਕੇ ਦੇਖਦੇ ਹੋ, ਤੁਹਾਡੇ 'ਚ ਕਿਹੜੀਆਂ ਚੰਗੀਆਂ ਆਦਤਾਂ ਸੀਗੀਆਂ ਜਾਂ ਚੰਗੇ ਗੁਣ ਸੀ, ਤੁਹਾਨੂੰ ਲੱਗਦਾ ਆਹ ਚੀਜ਼ ਮੈਨੂੰ ਜ਼ਿੰਦਗੀ 'ਚ ਧੱਕ ਕੇ ਲਿਆਈ ਹੈ ਉੱਪਰ ਤੱਕ? ਹਰ ਬੰਦੇ 'ਚ ਕੁਝ ਖਾਸੀਅਤਾਂ ਹੁੰਦੀਆਂ ਜੀ। ਹਰ ਬੰਦੇ 'ਚ ਖਾਸੀਅਤ ਹੁੰਦੀ ਹੈ। ਮੈਨੂੰ ਇੱਦਾਂ ਤਾਂ ਨਹੀਂ ਲੱਗਦਾ ਕਿ ਕੋਈ ਇੱਦਾਂ ਦਾ ਹੈਗਾ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੈਂ ਬੜੀ ਇੱਕ ਆਰਡੀਨਰੀ ਮਿਡਲ ਕਲਾਸ ਫੈਮਿਲੀ ਤੋਂ ਆਈ ਹਾਂ, ਅਤੇ ਮੈਨੂੰ ਇੱਦਾਂ ਨਹੀਂ ਲੱਗਦਾ। ਬਟ ਹਾਂ, ਪੱਤਰਕਾਰਤਾ ਦਾ ਜਿਹੜਾ ਮੇਰਾ ਐਕਸਪੀਰੀਅੰਸ ਰਿਹਾ, ਮੈਨੂੰ ਲੱਗਦਾ ਉਹਦੇ ਕਰਕੇ ਇੱਕ ਮੇਰੇ 'ਚ ਐਮਪੈਥੀ ਹੈਗੀ ਹੈ। ਮੈਨੂੰ ਦਰਦ ਮਹਿਸੂਸ ਹੁੰਦਾ ਹੈ, ਐਂਡ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਕਿਸੇ ਇਹੋ ਜਿਹੀ ਥਾਂ 'ਤੇ ਬੈਠੇ ਹੋ ਜਿੱਥੇ ਤੁਹਾਡੇ ਕੋਲ ਰਿਸੋਰਸਿਸ ਨੇ, ਤੁਹਾਡੇ ਕੋਲ ਕਮਾਂਡਿੰਗ ਪਾਵਰਸ ਨੇ, ਤੇ ਉਹ ਹਮੇਸ਼ਾ ਲੋਕ ਹਿੱਤ ਲਈ ਵਰਤੀਆਂ ਜਾਣੀਆਂ ਚਾਹੀਦੀਆਂ ਨੇ। ਸੋ ਆਈ ਥਿੰਕ ਐਮਪੈਥੀ ਮੇਰਾ ਇੱਕ ਸਭ ਤੋਂ ਵੱਡਾ ਹੈਗਾ
ਐਂਡ ਮਾਈ ਫੇਅਰ ਡਿਸਪੋਜੀਸ਼ਨ ਆਲਸੋ, ਮਤਲਬ ਜਿੱਥੇ ਤੁਸੀਂ ਹੋਵੋ ਤੁਸੀਂ ਫੇਅਰਲੀ ਕੰਮ ਕਰੋ। ਸੋ ਆਈ ਥਿੰਕ ਥੀਸ ਟੂ ਹੈਵ ਬੀਨ ਮਾਈ ਕੁਆਲਿਟੀਜ਼ ਸਿੰਸ ਐਵਰ। ਤੁਸੀਂ ਸਵਾਲ ਪੁੱਛਣ ਵਾਲੀ ਪੋਜੀਸ਼ਨ ਤੋਂ ਉੱਤਰ ਦੇਣ ਵਾਲੇ ਪਾਸੇ ਆ ਗਏ ਹੋ, ਕਿਵੇਂ ਲੱਗਦਾ ਆ ਕੇ? ਅੱਛਾ ਵੀ ਲੱਗਦਾ ਹੈ ਤੇ ਕਈ ਵਾਰੀ ਡਿਸਅਪੁਆਇੰਟਮੈਂਟਸ ਵੀ ਹੁੰਦੀਆਂ ਨੇ, ਕਿਉਂਕਿ ਜਰਨਲਿਜ਼ਮ ਦੇ ਵਿੱਚ ਅਸੀਂ ਜਦੋਂ ਪੜ੍ਹਦੇ ਸੀਗੇ ਉਦੋਂ ਸਾਨੂੰ ਇੱਕ ਸਬਜੈਕਟ ਮਤਲਬ ਹਿਸਟਰੀ ਆਫ ਜਰਨਲਿਜ਼ਮ ਦੇ ਵਿੱਚ ਇੱਕ ਪੜਾਅ ਆਇਆ ਜਿਸ ਨੂੰ ਯੈਲੋ ਜਰਨਲਿਜ਼ਮ ਕਿਹਾ ਜਾਂਦਾ ਹੈ। ਸੋ ਆਈ ਥਿੰਕ ਯੈਲੋ ਜਰਨਲਿਜ਼ਮ ਅੱਜ ਕੱਲ੍ਹ ਹਾਵੀ ਹੋ ਰਿਹਾ ਹੈ। ਸੋ ਉਸ ਤਰੀਕੇ ਦਾ ਜਦੋਂ ਜਰਨਲਿਜ਼ਮ ਦੇਖਦੇ ਹਾਂ ਤੇ ਕਿਉਂਕਿ ਹੁਣ ਆਈ ਐਮ ਔਨ ਦੀ ਅਦਰ ਸਾਈਡ, ਤੁਸੀਂ ਜਾ ਕੇ ਉਸਨੂੰ ਕਰੈਕਟ ਨਹੀਂ ਕਰ ਸਕਦੇ ਐਂਡ ਤੁਹਾਡੇ ਤੇ ਕੁਝ ਲਿਮਿਟੇਸ਼ਨਸ ਹੁੰਦੀਆਂ। ਸੋ ਆਈ ਫੀਲ ਉਹ ਥੋੜ੍ਹਾ ਜਿਹਾ ਦੇਖ ਕੇ ਦਿਲ ਦੁਖਦਾ ਹੈ ਕਈ ਵਾਰੀ ਕਿ ਹੁਣ ਮੈਂ ਤੁਹਾਨੂੰ ਇੱਥੇ ਲੈ ਕੇ ਆਉਣਾ, ਜਦੋਂ ਪੜਾਸ ਬਣਦੀ ਹੈ ਬੰਦੇ ਦੇ ਅੰਦਰ ਕਈ ਤਰ੍ਹਾਂ ਨਾਲ ਬਣਦੀ ਹੈ, ਸਮਾਜ ਨੂੰ ਵੇਖ ਕੇ ਬਣਦੀ ਹੈ, ਕਿਸੇ ਫੀਲਡ ਨੂੰ ਦੇਖ ਕੇ ਬਣ ਜਾਂਦੀ ਹੈ, ਉਹਦਾ ਕੀ ਕਰਦੇ ਹੋ? ਲਿਖਦੇ ਹੋ, ਕੀ ਕਰਦੇ ਹੋ? ਉਹ ਇਹ ਨੌਜਵਾਨ ਪੀੜ੍ਹੀ ਦਾ ਇੱਕ ਬਹੁਤ ਵੱਡਾ ਸਵਾਲ ਹੈ, ਕਿਉਂਕਿ ਗੋਲ ਜਦੋਂ ਨਹੀਂ ਅਚੀਵ ਹੋਇਆ ਤਾਂ ਵੀ ਅੰਦਰ ਇੱਕ ਪੜਾਸ ਬਣ ਜਾਂਦੀ ਹੈ, ਨੈਗੇਟਿਵਿਟੀ ਵੀ ਕਹਿ ਦਿੰਦੇ ਹਾਂ, ਕੁਝ ਹੋਰ ਵੀ ਕਹਿ ਸਕਦੇ ਹਾਂ, ਤੇ ਉਦੋਂ ਫਿਰ ਕੀ ਕਰਦੇ ਹੋ? ਇਹ ਨੌਜਵਾਨ ਪੀੜ੍ਹੀ ਲਈ ਬਹੁਤ ਚੰਗਾ ਸਵਾਲ ਹੈ। ਦੇਖੋ ਮਤਲਬ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਲਾਈਫ ਇਜ਼ ਨਾਟ ਬੈਡ ਆਫ ਰੋਜ਼ਸ। ਇਹ ਜੇ ਤੁਸੀਂ ਕਹੋ ਕਿ ਲਾਈਫ ਦੇ ਵਿੱਚ ਕੁਝ ਚੈਲੰਜ ਨਹੀਂ ਆਏਗਾ ਜਾਂ ਕੁਝ ਤੁਹਾਡੇ ਹਮੇਸ਼ਾ ਚੜ੍ਹਦੀ ਕਲਾ 'ਚ ਤੁਸੀਂ ਰਹੋਗੇ, ਇਹ ਆਈ ਥਿੰਕ ਇਹ ਇੱਕ ਇਟਸ ਨਾਟ ਅ ਵੈਰੀ ਹੈਲਦੀ ਟੈਂਡੈਂਸੀ, ਮੈਂਟਲ ਟੈਂਡੈਂਸੀ ਹੈਲਦੀ ਨਹੀਂ ਹੈਗੀ। ਪਰਟੀਕੂਲਰਲੀ ਜੇ ਮੈਂ ਆਪਣੀ ਇਸ ਜੌਬ ਦੀ ਗੱਲ ਕਰਾਂ, ਕਾਫੀ ਜ਼ਿਆਦਾ ਸੈਟਬੈਕਸ ਹੁੰਦੇ ਨੇ, ਡਿਸਅਪੁਆਇੰਟਮੈਂਟਸ ਹੁੰਦੀਆਂ ਨੇ, ਪਰ ਜਦੋਂ ਤੁਸੀਂ ਕਿਸੇ ਇੱਕ ਇਨਸਾਨ ਦਾ ਵੀ ਕੁਝ ਇਹੋ ਜਿਹਾ ਕੰਮ ਕਰਦੇ ਹੋ ਜਿਹਦੇ ਨਾਲ ਉਹਦੀ ਜ਼ਿੰਦਗੀ ਸਵਰ ਜਾਂਦੀ ਹੈ ਜਾਂ ਉਹਦਾ ਕੋਈ ਐਡਾ ਵੱਡਾ ਕੰਮ ਹੈ ਜਿਹੜਾ ਉਹਦੇ ਲਈ ਇੱਕ ਲਾਈਫ ਐਂਡ ਡੈਥ ਵਰਗੀ ਸਿਚੁਏਸ਼ਨ ਵਰਗਾ ਕੰਮ ਹੁੰਦਾ। ਫੋਰ ਐਗਜ਼ਾਮਪਲ ਕੋਵਿਡ ਦੇ ਦੌਰਾਨ ਜਿਸ ਤਰ੍ਹਾਂ ਦਾ ਕੰਮ ਸਾਨੂੰ ਕਰਨਾ ਪਿਆ, ਜਿਸ ਤਰ੍ਹਾਂ ਦੀ ਅਸੀਂ ਲੋਕਾਂ ਤੱਕ ਪਹੁੰਚ ਕੀਤੀ, ਮਦਦ ਕੀਤੀ, ਉਹ ਇੱਕ ਬਹੁਤ ਸੈਟਿਸਫੈਕਟਰੀ ਐਕਸਪੀਰੀਅੰਸ ਹੁੰਦਾ ਹੈ। ਸੋ ਇਹ ਜੌਬ ਜਿਹੜਾ ਹੈਗਾ ਇਸ ਤਰ੍ਹਾਂ ਦੇ ਸੈਟਿਸਫੈਕਟਰੀ ਐਕਸਪੀਰੀਅੰਸਿਸ ਦਿੰਦੀ ਹੈ ਜਿਹੜੇ ਕਿ ਜਿਸ ਨੂੰ ਤੁਸੀਂ ਯਾਦ ਕਰਦੇ ਹੋ ਤੇ ਉਹ ਬਾਕੀ ਜਿਹੜੇ ਤੁਹਾਡੇ ਸਾਰੇ ਅਨਪਲੇਜ਼ੈਂਟ ਐਕਸਪੀਰੀਅੰਸਿਸ ਹੁੰਦੇ ਉਹਨਾਂ ਨੂੰ ਫੇਡ ਅਵੇ ਕਰ ਦਿੰਦੇ ਆ। ਸੋ ਇਹ ਇਸ ਜੌਬ ਦੀ ਖੂਬਸੂਰਤੀ। ਇੱਥੇ ਜੇ ਬੈਠ ਕੇ ਤੁਸੀਂ ਕਿਵੇਂ ਦੇਖਦੇ ਹੋ ਹੁਣ ਵੀ ਬੱਚੇ ਨੂੰ ਜੇ ਨਵੀਂ ਪੀੜ੍ਹੀ ਨੂੰ ਤਿਆਰੀ ਕਰਨ ਦੀ ਨਿਉ ਰੱਖਣੀ ਚਾਹੀਦੀ ਹੈ ਤਾਂ ਕਿੱਥੋਂ ਜੋ ਰੱਖ ਲੈਣੀ ਚਾਹੀਦੀ ਹੈ? ਤੁਹਾਨੂੰ ਲੱਗਦਾ ਕਿ ਤੁਸੀਂ ਲੇਟ ਸੀ, ਪਹਿਲਾਂ ਰੱਖ ਲੈਣੀ ਚਾਹੀਦੀ ਸੀ? ਇਹ ਸਵਾਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਸਿਵਲ ਸਰਵਿਸਿਜ਼ ਐਗਜ਼ਾਮ ਜਿਹੜਾ ਹੈਗਾ, ਚਾਹੇ ਉਹ ਸਟੇਟ ਸਰਵਿਸਿਜ਼ ਦਾ ਹੋਵੇ ਜਾਂ UPSC ਹੋਵੇ, ਉਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਕਿਹਾ ਇਟਸ ਅ ਜਰਨੀ। ਇਹ ਜਰਨੀ ਤੁਸੀਂ ਕਿਸੇ ਵੀ ਟਾਈਮ 'ਤੇ ਸ਼ੁਰੂ ਕਰ ਸਕਦੇ ਹੋ। ਪੜ੍ਹਿਆ ਲਿਖਿਆ ਸਮਝਿਆ ਹੋਇਆ ਜੋ ਵੀ ਤੁਹਾਡਾ ਹੁੰਦਾ ਨਾ, ਉਹ ਕਦੀ ਜ਼ਾਇਆ ਨਹੀਂ ਜਾਂਦਾ, ਉਹ ਤੁਹਾਨੂੰ ਕਿਤੇ ਨਾ ਕਿਤੇ ਜ਼ਰੂਰ ਹੈਲਪ ਕਰਦਾ। ਸੋ ਜਿਵੇਂ ਮੈਂ ਤੁਹਾਨੂੰ ਕਿਹਾ ਇਟਸ ਅ ਜਰਨੀ ਐਂਡ ਇਹ ਤੁਹਾਡੀ ਪਰਸਨੈਲਿਟੀ ਨੂੰ ਟਰਾਂਸਫਾਰਮ ਕਰ ਦਿੰਦਾ। ਸੋ ਆਈ ਫੀਲ ਕਿ ਇਹ ਜਿਹੜੀ ਨਾਲੇ ਇੱਕ ਇਹੋ ਜਿਹਾ ਐਗਜ਼ਾਮ ਹੈਗਾ ਜਿਹਦੇ ਵਿੱਚ ਕੁਝ ਵੀ ਕੋਈ ਲਿਮਿਟਡ ਨਹੀਂ ਹੈਗਾ। ਦੇਰ ਇਜ਼ ਅਨਲਿਮਿਟਡ ਨੌਲੇਜ ਬੇਸ ਦੈਟ ਯੂ ਨੀਡ। ਐਗਜ਼ਾਮ ਦੇ ਲਈ ਪਰਟੀਕੂਲਰ ਚਾਹੀਦਾ, ਬਟ ਉਸ ਨੂੰ ਐਗਜ਼ਾਮ ਜਦੋਂ ਤੁਸੀਂ ਅਟੈਂਪਟ ਕਰਨਾ ਤੁਸੀਂ ਉਸ ਦਾ ਨਿਚੋੜ ਉਹਦੇ ਵਿੱਚ ਲਿਖਣਾ। ਉਹਦੇ ਵਾਸਤੇ ਤੁਸੀਂ ਕੋਈ ਜਿਵੇਂ ਤੁਹਾਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ, ਤੁਸੀਂ ਛੋਟੀ ਕਲਾਸ ਤੋਂ ਕਿਤਾਬਾਂ ਪੜ੍ਹ ਰਹੇ ਹੋ, ਹੈ ਨਾ, ਤੁਸੀਂ ਕਲਾਸ 6 ਪੜ੍ਹ ਰਹੇ ਹੋ, ਨਾਟ ਕਿ ਸਿਰਫ ਕਿਸੇ ਪਰਟੀਕੂਲਰ ਲੈਂਗੁਏਜ ਦੇ, ਪੰਜਾਬੀ ਸਾਹਿਤ ਪੜ੍ਹ ਰਹੇ ਹੋ ਤੁਸੀਂ, ਇੰਗਲਿਸ਼ ਦਾ ਵਿੱਚ ਤੁਸੀਂ ਲਿਟਰੇਚਰ ਪੜ੍ਹ ਰਹੇ ਹੋ, ਹਿੰਦੀ ਲਿਟਰੇਚਰ ਪੜ੍ਹ ਰਹੇ ਹੋ, ਉਹ ਤੁਹਾਨੂੰ ਕਿਤੇ ਨਾ ਕਿਤੇ ਇੱਕ ਪਰਸਪੈਕਟਿਵ ਡਿਵੈਲਪ ਕਰਦਾ। ਸੋ ਆਈ ਥਿੰਕ ਆਈ ਫੀਲ ਕਿ ਇਹ ਇਸ ਐਗਜ਼ਾਮ ਦੀ ਤਿਆਰੀ ਬੜੀ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਇੱਕ ਤੁਹਾਡਾ ਨੈਕ ਜਿਹੜਾ ਪਹਿਲਾਂ ਤੋਂ ਡਿਵੈਲਪ ਹੋ ਜਾਂਦਾ ਹੈ। ਬਾਕੀ ਜਿਵੇਂ ਮੈਂ ਤੁਹਾਨੂੰ ਆਲਰੇਡੀ ਦੱਸਿਆ ਕਿ ਬੇਸਿਕ ਸਭ ਤੋਂ ਪਹਿਲੀ ਗੱਲ ਤਾਂ ਹੈਗਾ ਕਿ ਆਪਣਾ ਜਿਹੜਾ ਸਿਲੇਬਸ ਹੈ ਉਹਦਾ ਪ੍ਰੋਪਰਲੀ ਪਤਾ ਹੋਣਾ ਚਾਹੀਦਾ। ਤੁਹਾਡੀ ਮੈਂਟਲ ਟੈਬਸ ਬਣ ਜਾਣੀਆਂ ਚਾਹੀਦੀਆਂ। ਉਹ ਮੈਂਟਲ ਟੈਬਸ ਨੂੰ ਫਿਰ ਤੁਸੀਂ ਆਪਣੇ ਸਬਜੈਕਟ ਮੈਟਰ ਨਾਲ ਤੁਸੀਂ ਉਹਨੂੰ ਫੀਡ ਕਰੋ। ਬਹੁਤ ਸਾਰੇ ਬੱਚੇ ਮੈਨੂੰ ਸਵਾਲ ਪੁੱਛਦੇ ਰਹਿੰਦੇ ਵੀ ਅਸੀਂ ਜਦੋਂ ਫੀਲਡ 'ਚ ਆਉਣਾ ਹੈ ਤਾਂ ਸਾਨੂੰ ਐਂ ਲੱਗਦਾ ਹੁੰਦਾ ਵੇ ਕਿੱਥੋਂ ਕੋਚਿੰਗ ਲਈਏ, ਕੀ ਕਰੀਏ, ਕਿੱਥੋਂ ਨੋਟਿਸ ਲਈਏ, ਕੀ ਕਰੀਏ, ਟੌਪਰਸ ਦੀਆਂ ਜਿਹੜੀਆਂ ਗੱਲਾਂ ਉਹ ਸੁਣੀਏ, ਕੀ ਕਰੀਏ, ਕਈ ਕਨਫਿਊਜ਼ਨ ਹੁੰਦੀਆਂ। ਤੁਸੀਂ ਇਹਦੇ ਬਾਰੇ ਕੀ ਕਹੋ? ਮੈਂ ਇਹਦੇ ਬਾਰੇ ਕਹਾਂਗੀ ਕਿ ਇਸ ਸਬਜੈਕਟ ਨੂੰ, ਇਸ ਐਗਜ਼ਾਮ ਦੀ ਤਿਆਰੀ ਕਰਨ ਤੋਂ ਪਹਿਲੇ ਜਿਹੜੇ 15 ਦਿਨ ਮਹੀਨਾ ਵੀ ਜਿਹੜਾ ਹੈਗਾ, ਜੇ ਤਾਂ ਕੋਈ ਕਿਸੇ ਨੇ ਅਗਲੇ ਸਾਲ ਅਟੈਂਪਟ ਕਰਨਾ ਹੈ ਜਾਂ ਥੋੜਾ ਹੈਗਾ ਕਿ ਬਈ ਹੁਣ ਮੈਂ ਤਿਆਰੀ ਕਰਨੀ ਸ਼ੁਰੂ ਕਰਨੀ ਹੈ, ਸੋ ਜੇ ਤੁਹਾਡਾ ਇਹ ਮਨ ਪਹਿਲਾਂ ਦਾ ਹੀ ਬਣਿਆ ਹੋਇਆ ਤੇ ਆਈ ਵੁੱਡ ਸੇ ਕਿ ਡੋਂਟ ਵੇਸਟ ਟਾਈਮ। ਆਪਣੇ ਗ੍ਰੈਜੂਏਸ਼ਨ ਦੇ ਪਹਿਲੇ ਸਾਲ ਦੇ ਵਿੱਚੋਂ ਹੀ ਤੁਸੀਂ ਆਪਣੀ ਕਿਤਾਬਾਂ ਜਿਹੜੀਆਂ ਨਾਲ ਦੀ ਨਾਲ ਪੜ੍ਹਨੀਆਂ ਸ਼ੁਰੂ ਕਰ ਦਿਓ। ਇਹ ਬਿਲਕੁਲ ਵੀ ਜ਼ਰੂਰੀ ਨਹੀਂ ਹੈਗਾ ਕਿ ਬਈ ਤੁਸੀਂ ਕੋਈ ਕੋਚਿੰਗ ਸੈਂਟਰ ਜੁਆਇਨ ਕਰਨਾ ਹੈ। ਮੈਂ ਇਸ ਗੱਲ ਨੂੰ ਬਹੁਤ ਬਿਲੀਵ ਕਰਦੀ ਹਾਂ ਕਿ ਦੇਰ ਇਜ਼ ਨੋ ਨੈਸੈਸਿਟੀ। ਤੁਸੀਂ ਆਪਣਾ ਬੈਠ ਕੇ ਇੱਕ ਆਪਣਾ ਸਟਰਕਚਰ ਤਿਆਰ ਕਰੋ। ਦੈਨ ਇੰਟਰਨੈਟ ਦੇ ਉੱਤੇ ਅੱਜ ਕੱਲ੍ਹ ਇੰਨਾ ਜ਼ਿਆਦਾ ਮਟੀਰੀਅਲ ਅਵੇਲੇਬਲ ਹੈ, ਬਟ ਦੈਨ ਦੇਰ ਇਜ਼ ਡਿਲਿਊਜ ਆਫ ਮਟੀਰੀਅਲ। ਤੁਸੀਂ ਉਹਦੇ 'ਚੋਂ ਕੀ ਪੜ੍ਹਨਾ? ਹਾਂ,
ਫਲੱਡ ਆਫ ਇਨਫੋਰਮੇਸ਼ਨ ਹੈਗੀ ਆ ਉੱਥੇ, ਤੇ ਉਹਦੇ ਚੋਂ ਕੀ ਸਪੈਸੀਫਿਕਲੀ ਪੜ੍ਹਨਾ, ਤੁਸੀਂ ਉਹਨਾਂ ਨੂੰ ਚੀਜ਼ਾਂ ਨੂੰ ਆਪਣਾ ਬਣਾ ਲਓ ਕਿ ਜਿਹੜੀਆਂ ਵੈਬਸਾਈਟਸ ਨੇ ਮੈਂ ਇਹ ਰੈਫਰ ਕਰਨੀਆਂ ਨੇ, ਅਖਬਾਰਾਂ ਮੈਂ ਇਹ ਰੈਫਰ ਕਰਨੀਆਂ ਨੇ, ਜਰਨਲਸ ਮੈਂ ਇਹ ਰੈਫਰ ਕਰਨੇ ਨੇ। ਬਹੁਤ ਸਾਰੇ ਜਿਹੜੇ ਸਕਸੈਸਫੁਲ ਕੈਂਡੀਡੇਟਸ ਹੁੰਦੇ ਉਹਨਾਂ ਦੇ ਇੰਟਰਵਿਊਜ਼ ਆਰ ਅਵੇਲੇਬਲ। ਸੋ ਆਈ ਵੁੱਡ ਸੁਜੈਸਟ ਕਿ ਪਹਿਲਾਂ 15 ਦਿਨ 1 ਮਹੀਨਾ ਬੈਠ ਕੇ ਸਿਰਫ ਸਿਲੇਬਸ ਤੇ ਉਹਦਾ ਐਸੋਸੀਏਟਡ ਮਟੀਰੀਅਲ ਕਿੱਥੋਂ ਤੁਸੀਂ ਲੈਣਾ ਉਹਦੀ ਤਿਆਰੀ ਕਰਨੀ ਜਿਹੜੀ ਹੈਗੀ, ਦੈਟ ਇਜ਼ ਇੰਪੋਰਟੈਂਟ, ਦੈਟ ਸ਼ੁੱਡ ਬੀ ਦ ਸਟਾਰਟਿੰਗ ਪੁਆਇੰਟ ਜੀ। ਉਸ ਤੋਂ ਬਾਅਦ ਜੇ ਤੁਸੀਂ ਦੇਖਣਾ ਕਿ ਮੇਰੀ ਤਿਆਰੀ ਕਿੰਨੀ ਅੱਛੀ ਹੋਈ ਹੈ ਜਾਂ ਕਿੰਨੀ ਬਿਹਤਰ ਹੈ ਜਾਂ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ, ਉਹਦੇ ਵਾਸਤੇ ਤੁਸੀਂ ਆਪਣਾ ਜਿਹੜੇ ਆਨਲਾਈਨ ਵੀ ਬਹੁਤ ਕੁਝ ਅਵੇਲੇਬਲ ਹੈ, ਕੁਇਜ਼ਸ ਅਵੇਲੇਬਲ ਨੇ, ਟੈਸਟ ਸੀਰੀਜ਼ ਅਵੇਲੇਬਲ ਨੇ, ਤੁਸੀਂ ਉਹ ਆਪਣਾ ਚੈੱਕ ਕਰ ਸਕਦੇ ਹੋ ਕਿ ਆਪਣਾ ਉਹ ਟੈਸਟ ਸੀਰੀਜ਼ ਅਟੈਂਪਟ ਕਰਕੇ ਕਰ ਸਕਦੇ ਹੋ। ਬਟ ਹਾਂ, ਇਹਦੇ ਵਿੱਚ ਜੇ ਤੁਹਾਡਾ ਕੋਈ ਮੈਂਟਰ ਹੋਵੇ, ਉਹ ਮੈਂਟਰ ਕੋਈ ਜ਼ਰੂਰੀ ਨਹੀਂ ਕਿ ਕੋਚਿੰਗ ਸੈਂਟਰ ਹੋਵੇ, ਕੋਈ ਜਿਹਨੇ ਕਿਸੇ ਨੇ ਪੇਪਰ ਦੀ ਤਿਆਰੀ ਕਰਕੇ ਕਲੀਅਰ ਕੀਤਾ ਹੈ ਉਸ ਨੂੰ ਤੁਸੀਂ ਆਪ ਦਾ ਮੈਂਟਰ ਬਣਾ ਲਓ। ਬਟ ਆਪਣਾ ਇੱਕ ਜਦੋਂ ਤੁਸੀਂ ਤਿਆਰੀ ਕਰੋਗੇ ਤੁਹਾਨੂੰ ਨਾਲ ਦੇ ਨਾਲ ਆਪਣੇ ਆਪ ਪਤਾ ਲੱਗਦਾ ਰਹਿੰਦਾ ਕਿ ਹੁਣ ਮੈਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਸੋ ਦੈਟ ਇਜ਼ ਵਾਟ ਆਈ ਫੀਲ। ਇਹ ਤਾਂ ਹੋ ਗਿਆ ਲਾਇਬ੍ਰੇਰੀ ਬੈਠ ਕੇ ਪੜ੍ਹਨਾ ਹੈ, ਕੋਚਿੰਗ ਸੈਂਟਰ ਜਾਣਾ ਹੈ ਜਾਂ ਕਿਤੇ ਪੜ੍ਹਨਾ। ਘਰ ਦਾ ਵੀ ਇਨਵਾਇਰਨਮੈਂਟ ਹੈ। ਜਿਹੜੇ ਬੱਚੇ ਨੇ ਇਸ ਲਾਈਨ 'ਚ ਜਾਣਾ ਹੈ ਉਹਦੇ ਮਾਪਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ ਦੇ ਮਾਪਿਓ ਨੂੰ ਮੈਂ ਦੇਖੋ, ਇਹ ਮਾਪਿਓ ਨਾਲੋਂ ਜ਼ਿਆਦਾ ਜ਼ਿੰਮੇਵਾਰੀ ਬੱਚੇ ਦੀ ਖੁਦ ਆਪਦੀ ਹੈ, ਕਿਉਂਕਿ ਮੈਂ ਵੀ ਪੰਜਾਬ ਯੂਨੀਵਰਸਿਟੀ ਦੇ ਰੀਡਿੰਗ ਰੂਮ 'ਚ ਬੈਠ ਕੇ ਹੀ ਤਿਆਰੀ ਕੀਤੀ ਹੈ। ਸੋ ਇਹ ਬੱਚੇ ਨੇ ਆਪਣਾ ਦੇਖਣਾ ਹੈ, ਕਿਉਂਕਿ ਇਹਦੇ ਵਿੱਚ ਇੱਕ ਜਿਵੇਂ ਮੈਂ ਤੁਹਾਨੂੰ ਕਿਹਾ, ਇਟਸ ਅ ਜਰਨੀ, ਤੁਹਾਡੀ ਆਪ ਦੀ ਜਰਨੀ ਹੈ ਇਹ। ਤੇ ਆਪਣਾ ਮਾਪਿਓ, ਔਰ ਮੈਨੂੰ ਨਹੀਂ ਲੱਗਦਾ ਕੋਈ ਵੀ ਮਾਪਿਓ ਬੱਚੇ ਨੂੰ ਸਪੋਰਟ ਨਹੀਂ ਕਰੇਗਾ ਜੇ ਕਿਸੇ ਬੱਚੇ ਦਾ ਇਹ ਇਰਾਦਾ ਹੋਵੇ ਕਿ ਮੈਂ ਸਿਵਲ ਸਰਵਿਸਿਜ਼ ਦਾ ਕਰਨੀ। ਤੇ ਮਾਪਿਓ ਦੀ ਜਿੰਨੀ ਵੀ ਹੈਸੀਅਤ ਹੁੰਦੀ ਹੈ ਨਾ, ਉਹ ਹਮੇਸ਼ਾ ਆਪਣੇ ਬੱਚੇ ਨੂੰ ਸਪੋਰਟ ਕਰਦੇ ਆ। ਸੋ ਆਈ ਥਿੰਕ ਮਤਲਬ ਇਹੀ ਹੈਗਾ ਕਿ ਆਪਣਾ, ਜੇ ਤੁਹਾਨੂੰ ਲੱਗਦਾ ਕਿ ਘਰ ਦੇ ਵਿੱਚ ਇਹੋ ਜਿਹਾ ਮਾਹੌਲ ਨਹੀਂ ਹੈ ਜਾਂ ਮੈਨੂੰ ਪ੍ਰੋਪਰ ਜਗ੍ਹਾ ਨਹੀਂ ਮਿਲ ਪਾ ਰਹੀ ਹੈ, ਕਿਉਂਕਿ ਤੁਹਾਨੂੰ ਬੈਠਣ ਵਾਸਤੇ ਇੱਕ ਸਟੱਡੀ ਟੇਬਲ, ਤੁਹਾਨੂੰ ਆਪਣਾ ਇੱਕ ਏਰੀਆ ਚਾਹੀਦਾ ਜਿੱਥੇ ਤੁਸੀਂ ਪੂਰਾ ਮਾਹੌਲ ਹੋਵੇ। ਜੇ ਉਹ ਨਹੀਂ ਮਿਲਦਾ ਤੇ ਤੁਸੀਂ ਰੀਡਿੰਗ ਰੂਮਸ 'ਚ ਜਾਓ। ਬਹੁਤ ਅੱਛੇ ਰੀਡਿੰਗ ਰੂਮਸ ਯੂਨੀਵਰਸਿਟੀਜ਼ ਦੇ ਵਿੱਚ ਬਣੇ ਹੋਏ ਨੇ, ਕਾਲਜਸ ਦੇ ਵਿੱਚ ਬਣੇ ਹੋਏ ਨੇ, ਲਾਇਬ੍ਰੇਰੀਜ਼ ਹੈਗੀਆਂ ਹੈ ਨਾ, ਉੱਥੇ ਜਾ ਕੇ ਆਪਣਾ ਪੜ੍ਹੋ। ਮਤਲਬ ਇੱਕ ਰੂਟੀਨ ਬਣਾਉਣੀ ਜ਼ਰੂਰੀ ਹੈ ਜੀ। ਹਾਂਜੀ, ਆਖਰੀ ਸਵਾਲ ਹੈ ਮੇਰਾ, ਜਿਸ ਦਿਨ ਰਿਜ਼ਲਟ ਆਇਆ, ਮੈਂਸ਼ਨ ਹੋ ਗਿਆ ਵੀ ਆ ਗਿਆ ਨਾਮ, ਕਿਸ ਤਰ੍ਹਾਂ ਦਾ ਮਾਹੌਲ ਸੀ ਘਰ? ਤੁਹਾਡੇ ਤੇ ਕੀ ਅਸਰ ਹੋਇਆ? ਇਹ ਨਾ, ਜਿਸ ਤਰ੍ਹਾਂ ਦਾ ਜਿੰਨਾ ਇਹ ਕਠਿਨ ਸਫ਼ਰ ਹੈ, ਮਤਲਬ ਤੁਸੀਂ ਪਹਿਲਾਂ ਪ੍ਰੀ ਦਿੰਦੇ ਹੋ, ਫਿਰ ਮੇਨਸ ਹੁੰਦਾ ਹੈ, ਫਿਰ ਇੰਟਰਵਿਊ ਹੁੰਦਾ ਹੈ, ਇਹ ਇੱਕ ਬੜਾ ਸੋਬਰਿੰਗ ਪ੍ਰੋਸੈਸ ਹੁੰਦਾ ਹੈ। ਜਦੋਂ ਫਾਈਨਲੀ ਰਿਜ਼ਲਟ ਆਉਂਦਾ ਨਾ, ਐਟਲੀਸਟ ਇਨ ਮਾਈ ਕੇਸ, ਕੋਈ ਇਹ ਜਿਹਾ ਨਹੀਂ ਸੀਗਾ ਕਿ ਬੜੀ ਉਹ ਹੋ ਰਹੀ ਹੈ। ਮਤਲਬ ਇਹ ਤਪੱਸਿਆ ਤੋਂ ਬਾਅਦ ਜੇ ਤੁਹਾਨੂੰ ਫਲ ਮਿਲ ਜੇ ਤਾਂ ਇਟਸ ਅ ਵੈਰੀ ਸੋਬਰਿੰਗ ਐਕਸਪੀਰੀਅੰਸ। ਮਤਲਬ ਮੈਂ ਸ਼ੁਕਰ ਕੀਤਾ ਕਿ ਇਸ ਚੱਕਰਵਿਊ 'ਚੋਂ ਬਾਹਰ ਹੋ ਗਏ ਜੀ। ਨਹੀਂ ਤਾਂ ਕਈ ਇੱਦਾਂ ਦੇ ਵੀ ਕੈਂਡੀਡੇਟਸ ਹੁੰਦੇ ਨੇ ਜਿਹੜੇ ਕਿ ਸਾਲੋਂ ਸਾਲ ਤਿਆਰੀਆਂ ਕਰਦੇ ਨੇ ਤੇ ਚੱਕਰਵਿਊ 'ਚੋਂ ਨਿਕਲ ਨਹੀਂ ਪਾਉਂਦੇ। ਤੇ ਮੈਂ ਉਸ ਵੇਲੇ ਬਸ ਇੱਕ ਸ਼ੁਕਰ, ਗ੍ਰੇਟਫੁਲਨੈਸ, ਥੈਂਕਫੁਲਨੈਸ ਦੀ ਫੀਲਿੰਗ ਸੀਗੀ ਕਿ ਜੋ ਠਾਣਿਆ ਸੀਗਾ ਉਹ ਕਲੀਅਰ ਹੋ ਗਿਆ। ਤੇ ਦੈਟ ਵਾਜ਼ ਇਟ। ਮਤਲਬ ਕੋਈ ਇੱਦਾਂ ਐਗਜ਼ੂਬੀਜਰੇਸ਼ਨ ਵਾਲੀ ਫੀਲਿੰਗ ਨਹੀਂ ਸੀਗੀ, ਬਟ ਇਟ ਵਾਜ਼ ਵੈਰੀ ਸੋਬਰਿੰਗ ਐਕਸਪੀਰੀਅੰਸ ਫॉर ਮੀ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਥੋੜੇ ਸਮੇਂ 'ਚ ਬਹੁਤ ਬਿਹਤਰੀਨ ਗੱਲਾਂ ਜਿਹੜੀਆਂ ਆਪਾਂ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ, ਤੇ ਅੱਜ ਲੱਗਦਾ ਕਿ ਜਰਨਲਿਸਟ ਵੀ ਕਾਇਮ ਸੀ ਨਾਲ। ਤਾਂ ਤੁਹਾਡੇ ਦੇ ਵਿੱਚੋਂ ਵੀ ਇੱਕ ਜਰਨਲਿਜ਼ਮ ਦੀ ਜਿਹੜੀ ਭਾਵਨਾ ਹੈ, ਉਹ ਬੰਦੇ ਨੇ ਜਿਹੜਾ ਪਹਿਲਾਂ ਪੜ੍ਹਿਆ ਹੁੰਦਾ ਜਾਂ ਹੰਢਾਇਆ ਹੁੰਦਾ, ਉਹ ਰਹਿੰਦਾ ਨਾਲ, ਉਹਦਾ ਪਰਛਾਵਾਂ ਵੀ ਰਹਿੰਦਾ। ਟਾਈਮ ਦਿੱਤਾ, ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਥੈਂਕ ਯੂ। ਜਰਨਲਿਸਟ ਤੋਂ ਜਾਂ ਇਸ ਫੀਲਡ ਤੋਂ ਉੱਠ ਕੇ ਅਫਸਰਸ਼ਾਹੀ ਵੱਲ, ਤੇ ਇੱਕ ਹਰ ਇੰਟਰਵਿਊ 'ਚ ਮੈਨੂੰ ਇਹ ਚੀਜ਼ ਸੁਣਨ ਨੂੰ ਮਿਲਦੀ ਹੈ ਕਿ ਕਿਸੇ ਦਾ ਭਲਾ ਕਰਨ ਦਾ ਇਹ ਜਿਹੜਾ ਰਾਹ ਹੈ। ਸੋ ਇਸ ਰਾਹ 'ਤੇ ਚੱਲਣ ਵਾਲੇ ਲੋਕਾਂ ਦੇ ਨਾਲ ਤੁਹਾਡੀ ਗੱਲਬਾਤ, ਤੁਹਾਡੇ ਰੂਬਰੂ ਕਰਦੇ ਰਵਾਂਗੇ, ਤਾਂ ਜੋ ਤੁਹਾਡੀ ਔਲਾਦ, ਤੁਹਾਡੇ ਨੇੜੇ ਤੇੜੇ ਦੇ ਬੱਚੇ ਆ ਜਿਹੜੇ ਆਪਣੇ ਸਫ਼ਰ ਨੂੰ ਸੁਖਾਵਾਂ ਅਤੇ ਖੂਬਸੂਰਤ ਬਣਾ ਸਕਣ। ਦਿਓ ਇਜਾਜ਼ਤ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।